ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ, ਵਾਹਿਗੁਰੂ ਜੀ ਨੇ ਕਿਸੇ ਪ੍ਰੇਮ ਵਿੱਚ ਭਿੱਜੀ ਹੋਈ ਰੂਹ ਕੋਲੋਂ ਦਾਸੀ ਨੂੰ ਪ੍ਰੇਰਨਾ ਦਿਵਾਈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਸੰਗਤ ਦੇ ਨਾਲ ਸਾਂਝੀ ਕੀਤੀ ਜਾਵੇ। ਬਹੁਤ ਵੱਡੇ ਭਾਗ ਨੇ ਦਾਸੀ ਦੇ ਪਰਮਾਤਮਾ ਨੇ ਇਹ ਸੇਵਾ ਲਾਈ ਹੈ ਜੀ। ਪਰਮਾਤਮਾ ਹੀ ਸਿਰ ਦੇ ਉੱਤੇ ਹੱਥ ਰੱਖ ਕੇ ਇਸ ਸੇਵਾ ਨੂੰ ਪੂਰੀ ਕਰਵਾਉਣ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਬੜੀ ਨਿਮਰਤਾ ਨਾਲ ਅਰਦਾਸ ਹੈ, ਸੱਚੇ ਪਾਤਸ਼ਾਹ ਜੀ ਤੁਸੀਂ ਸੇਵਾ ਲਾਈ ਆ ਅਤੇ ਤੁਸੀਂ ਸੇਵਾ ਨਿਭਾਉਣ ਦਾ ਬਲ ਦੇਣਾ ਜੀ, ਇਸ ਨਿਮਾਣੀ ਨੂੰ ਤਾਣ ਦੇਣਾ ਜੀ। ਵਾਹਿਗੁਰੂ ਜੀ, ਸ਼ੁਰੂ ਕਰਦੇ ਹਾਂ ਸੱਚੇ ਪਾਤਸ਼ਾਹ ਦੁਆਰਾ ਬਖਸ਼ੀ ਇਹ ਵੱਡਮੁੱਲੀ ਸੇਵਾ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਾਂਜੀ ਸੰਗਤ ਜੀ, ਇਹ ਗੁਰੂ ਨਾਨਕ ਪਾਤਸ਼ਾਹ ਨੇ ਮੂਲ ਮੰਤਰ ਲਿਖੇ ਨੇ ਆਪਣੇ ਲਈ। ਇਸ ਤੋਂ ਅੱਗੇ ਜਿੱਥੇ ਜਪ ਆਉਂਦਾ ਉੱਥੋਂ ਫਿਰ ਬਾਣੀ ਜਪ ਸ਼ੁਰੂ ਹੁੰਦੀ ਆ ਅਤੇ ਆਪਾਂ ਬਹੁਤ ਹੀ ਜ਼ਿਆਦਾ ਆਦਰ ਸਤਿਕਾਰ ਨਾਲ ਜਪ ਜੀ ਸਾਹਿਬ ਕਹਿੰਦੇ ਹਾਂ ਜੀ। ਉਸ ਤਰ੍ਹਾਂ ਬਾਣੀ ਦਾ ਨਾਂ ਹੈ ਜਪ, ਜਪਣਾ। ਹਾਂਜੀ, ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਜਪ ਜੀ ਸਾਹਿਬ ਮੂਲ ਮੰਤਰ। ਅਸੀਂ ਇਹਦੇ ਅਰਥ ਮੇਰੇ ਵਰਗੀ ਨਿਮਾਣੀ ਕਰ ਸਕੇ, ਮੇਰੇ ਲਈ ਸੰਭਵ ਹੀ ਨਹੀਂ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਕਰਨ ਲਈ ਭਾਈ ਵੀਰ ਸਿੰਘ ਜੀ ਦੇ ਸਟੀਕ, ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਸਟੀਕ ਦੇ ਵਿੱਚੋਂ ਇਹ ਸੇਵਾ ਨਿਭਾਵਾਂਗੇ ਜੀ। ਸੱਚੇ ਪਾਤਸ਼ਾਹ ਬਲ ਬਖਸ਼ਣ ਕਿ ਇਹਨਾਂ ਦੋਨਾਂ ਵਿਦਵਾਨ ਵੀਰਾਂ ਦੇ ਸਟੀਕ ਦੀ ਮਦਦ ਦੇ ਨਾਲ ਆਪਾਂ ਕੁਛ ਹੱਦ ਤੱਕ ਸਮਝਣ ਯੋਗ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਕਰ ਸਕੀਏ। ਗੁਰੂ ਸਾਹਿਬਾਨ ਗੁਰਬਾਣੀ ਦੁਆਰਾ ਪੂਰਾ 100% ਕੀ ਕਹਿਣਾ ਚਾਹੁੰਦੇ ਸੀ ਉਹ ਸਾਡੇ ਜੀਵਾਂ ਦੇ ਲਈ ਸਮਝ ਜਾਣਾ ਬਹੁਤ ਅਸੰਭਵ ਹੈ। ਧੁਰ ਕੀ ਬਾਣੀ ਆ, ਅਥਾਹ ਸਮੁੰਦਰ ਆ, ਅਸੀਂ ਪੂਰੇ ਅਰਥ ਸਮਝ ਨਹੀਂ ਸਕਦੇ, ਪਰ 80-90% ਅਸੀਂ ਉਹਨਾਂ ਅਰਥਾਂ ਦਾ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਸਕੀਏ। ਅਸੀਂ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੀ, ਜੇ ਸਾਡੇ 'ਤੇ ਵਾਹਿਗੁਰੂ ਜੀ ਇਹ ਮਿਹਰ ਕਰ ਦਿੰਦੇ ਨੇ। ਮੂਲ ਮੰਤਰ ਦੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਾਨੂੰ ਦੱਸ ਰਹੇ ਨੇ ਕਿ ਏਕ ਹੀ ਓਂਕਾਰ, ਪਰਮਾਤਮਾ ਇੱਕ ਹੈ, ਉਹ ਸਰਵ ਵਿਆਪਕ ਹੈ। ਉਸ ਇੱਕ ਤੋਂ ਹੀ ਆਕਾਰ ਬਣੇ ਹਨ। ਉਹ ਇੱਕ ਇਸ ਤਰ੍ਹਾਂ ਦੀ ਹਸਤੀ ਹੈ ਜੋ ਨਿਰੰਤਰ ਹਰ ਇੱਕ ਜਗ੍ਹਾ 'ਤੇ ਹੈ।
ਪਰਮਾਤਮਾ ਹਰ ਇੱਕ ਜਗ੍ਹਾ 'ਤੇ ਹਰ ਟਾਈਮ ਹਰ ਵੇਲੇ ਮੌਜੂਦ ਹੈ। ਕੋਈ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਜਗਤ 'ਤੇ ਖੰਡਾਂ ਬ੍ਰਹਿਮੰਡਾਂ ਵਿੱਚ ਜਿੱਥੇ ਪਰਮਾਤਮਾ ਦੀ ਹੋਂਦ ਨਹੀਂ। ਪਰਮਾਤਮਾ ਹਰ ਟਾਈਮ ਹਰ ਸਮੇਂ ਹਰ ਜਗ੍ਹਾ 'ਤੇ ਹੈ। ਸਤਿਨਾਮ, ਉਹਦਾ ਨਾਮ ਸੱਚਾ ਹੈ, ਉਹ ਹਮੇਸ਼ਾ ਹੀ ਰਹਿਣ ਵਾਲਾ ਹੈ। ਉਹਦਾ ਨਾਮ ਹਮੇਸ਼ਾ ਹੀ ਰਹਿਣ ਵਾਲਾ ਹੈ, ਉਹਦਾ ਨਾਮ ਅਟੱਲ ਹੈ। ਕਰਤਾ, ਉਹ ਕਰਨਹਾਰ ਹੈ, ਸਭ ਕੁਝ ਉਹਦੇ ਤੋਂ ਹੀ ਹੋ ਰਿਹਾ ਹੈ। ਉਹ ਕਰਤਾ ਹੈ, ਉਹ ਕਰਨ ਵਾਲਾ ਹੈ। ਸ੍ਰਿਸ਼ਟੀ ਦੀ ਰਚਨਾ ਪਰਮਾਤਮਾ ਤੋਂ ਹੋਈ ਹੈ, ਪਰਮਾਤਮਾ ਨੇ ਕੀਤੀ ਹੈ। ਪੁਰਖ, ਕਰਤਾ ਪੁਰਖ, ਉਹ ਬਹੁਤ ਵੱਡਾ ਹੈ, ਉਹ ਸਭ ਤੋਂ ਵੱਡਾ ਹੈ। ਨਿਰਭਉ, ਉਹਨੂੰ ਕਿਸੇ ਦਾ ਭਉ ਨਹੀਂ ਹੈ, ਉਹਨੂੰ ਕਿਸੇ ਦਾ ਵੀ ਭੈ ਨਹੀਂ ਹੈ, ਨਿਰਭਉ ਹੈ। ਨਿਰਵੈਰ ਹੈ, ਉਹਨੂੰ ਕਿਸੇ ਦੇ ਨਾਲ ਵੈਰ ਨਹੀਂ ਹੈ। ਅਕਾਲ ਮੂਰਤ, ਉਹਦਾ ਜਿਹੜਾ ਸਰੂਪ ਆ ਉਹ ਕਾਲ ਦੇ ਵਿੱਚ ਨਹੀਂ ਆਉਂਦਾ। ਅਜੂਨੀ, ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਨਾ ਤਾਂ ਉਹ ਜਨਮ ਲੈਂਦਾ ਅਤੇ ਨਾ ਹੀ ਉਸ ਨੂੰ ਮੌਤ ਹੈ। ਉਸ ਦਾ ਸਰੂਪ ਸਦਾ ਰਹਿਣ ਵਾਲਾ ਹੈ। ਸੈਭੰ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ। ਉਸ ਦਾ ਪ੍ਰਕਾਸ਼ ਹੀ ਸਾਨੂੰ ਪ੍ਰਕਾਸ਼ਿਤ ਕਰ ਰਿਹਾ ਹੈ। ਸਾਨੂੰ ਪ੍ਰਕਾਸ਼ ਪਰਮਾਤਮਾ ਤੋਂ ਮਿਲਦਾ ਹੈ ਔਰ ਉਹ ਆਪਣੇ ਆਪ ਹੀ ਪ੍ਰਕਾਸ਼ਿਤ ਹੋਇਆ ਹੈ। ਗੁਰ ਪ੍ਰਸਾਦ, ਸਾਨੂੰ ਜੀਵਾਂ ਨੂੰ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਾਡਾ ਮਿਲਾਪ ਉਹਦੇ ਨਾਲ ਗੁਰੂ ਦੀ ਕਿਰਪਾ ਨਾਲ ਹੋਣਾ ਹੈ। ਅੱਗੇ ਬਾਣੀ ਸ਼ੁਰੂ ਹੁੰਦੀ ਹੈ ਜਪ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਆਦਿ ਸ਼ੁਰੂ ਤੋਂ ਹੀ ਸੱਚ ਆ, ਜੁਗਾਦ ਸੱਚ, ਹਮੇਸ਼ਾ ਹੀ ਸੱਚ ਆ, ਜੁਗਾਂ ਜੁਗਾਂ ਤੋਂ ਸੱਚ ਆ, ਅਟੱਲ ਆ। ਜਿਹੜੀ ਸੱਚੀ ਚੀਜ਼ ਆ ਉਹ ਹਮੇਸ਼ਾ ਰਹਿੰਦੀ ਹੈ। ਪਰਮਾਤਮਾ ਜੁਗਾਂ ਜੁਗਾਂ ਤੋਂ ਸੱਚ ਆ, ਸ਼ੁਰੂ ਤੋਂ ਸੱਚ ਆ। ਸੱਚ ਇਸ ਟਾਈਮ ਵੀ ਹੈ, ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਆ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚ ਹੀ ਹੋਏਗਾ। ਉਹਦਾ ਕਦੇ ਨਾਸ਼ ਨਹੀਂ ਹੋਣਾ, ਉਹ ਅਟੱਲ ਹੈ, ਸੱਤਯ ਹੈ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਪਾਤਸ਼ਾਹ ਕਹਿੰਦੇ ਨੇ ਕਿ ਵੀ ਜੇ ਅਸੀਂ ਲੱਖਾਂ ਵਾਰੀ ਵੀ ਆਪਣੇ ਸਰੀਰ ਨੂੰ ਸੁੱਚਾ ਕਰ ਲਈਏ ਤਾਂ ਵੀ ਸਾਡੇ ਮਨ ਨੂੰ ਸੁੱਚਤਾ ਨਹੀਂ ਆਉਂਦੀ। ਸਰੀਰ ਨੂੰ ਸੁੱਚਾ ਕਰਨ ਦੇ ਨਾਲ ਮਨ ਸੁੱਚਾ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਜੇ ਕੋਈ ਇੱਦਾਂ ਸੋਚੇ ਕਿ ਮੈਂ ਮੌਨ ਧਾਰ ਕੇ ਪਰਮਾਤਮਾ ਦੇ ਨਾਲ ਲਿਵ ਲਾਈ ਹੋਈ ਆ, ਇਸ ਤਰ੍ਹਾਂ ਚੁੱਪ ਰਹਿਣ ਦੇ ਨਾਲ ਵੀ ਪਰਮਾਤਮਾ ਦੇ ਨਾਲ ਲਿਵ ਨਹੀਂ ਲੱਗਦੀ। ਚੁੱਪ ਰਹਿਣ ਦੇ ਨਾਲ ਵੀ ਜਿਹੜੇ ਮਨ ਦੇ ਵਿਕਾਰ ਨੇ ਉਹ ਖਤਮ ਨਹੀਂ ਹੋ ਜਾਂਦੇ, ਮਨ ਸ਼ੁੱਧ ਨਹੀਂ ਹੋ ਸਕਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਕਹਿੰਦੇ ਜੇ ਮੈਂ 14 ਜਿਹੜੇ ਭਵਨ ਨੇ ਉਹਨਾਂ ਦੇ ਸਾਰੇ ਪਦਾਰਥ ਵੀ ਮੈਨੂੰ ਮਿਲ ਜਾਣ ਤਾਂ ਵੀ ਮੇਰੀ ਜਿਹੜੀ ਇਹ ਤ੍ਰਿਸ਼ਨਾ ਪਦਾਰਥਾਂ ਦੀ ਉਹ ਖਤਮ ਨਹੀਂ ਹੋਣੀ, ਉਹ ਚੱਲਦੀ ਰਹਿਣੀ ਆ। ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਜੇ ਮੇਰੇ ਕੋਲ ਬਹੁਤ ਹੀ ਸਿਆਣਪਾਂ ਹੋਣ, ਹਜ਼ਾਰਾਂ ਲੱਖਾਂ ਸਿਆਣਪਾਂ ਹੋਣ ਮੇਰੇ ਕੋਲ, ਤਾਂ ਵੀ ਉਹਨਾਂ ਦੇ ਵਿੱਚੋਂ ਕਿਸੇ ਸਿਆਣਪ ਦੇ ਨਾਲ ਵੀ ਮੇਰਾ ਮਨ ਸੱਚਾ ਨਹੀਂ ਹੋ ਸਕਦਾ, ਮੈਂ ਸੱਚਿਆਰਾ ਨਹੀਂ ਹੋ ਸਕਦਾ। ਕਿਵ ਸੱਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਫਿਰ ਕਹਿੰਦੇ ਵੀ ਮਨ ਸੱਚਾ ਕਿਵੇਂ ਹੋ ਸਕਦਾ? ਜਿਹੜੀ
ਕੂੜ ਦੀ ਦੀਵਾਰ ਆ, ਕੰਧ ਆ ਪਰਮਾਤਮਾ ਦੇ ਸਾਡੇ ਵਿੱਚ ਬਣੀ ਹੋਈ ਜੀਵ ਦੇ ਵਿੱਚ, ਉਹ ਕਿਵੇਂ ਟੁੱਟ ਸਕਦੀ ਆ। ਕਹਿੰਦੇ ਵੀ ਨਾ ਤਾਂ ਜਿਹੜੇ ਇਹ ਸਾਰੇ ਦੱਸੇ ਹੋਏ ਨੇ ਵੀ ਸੋਚ ਕਰਿਆ ਵੀ ਨਹੀਂ ਮਨ ਸੁੱਚਾ ਹੁੰਦਾ, ਪਵਿੱਤਰ ਹੁੰਦਾ, ਮੌਨ ਰੱਖਿਆ ਵੀ ਸਾਡਾ ਪਰਮਾਤਮਾ ਦੇ ਨਾਲ ਲਿਵ ਨਹੀਂ ਲੱਗਦੀ, 14 ਭਵਨਾਂ ਦੇ ਸਾਰੇ ਪਦਾਰਥ ਵੀ ਸਾਨੂੰ ਮਿਲ ਜਾਣ ਫਿਰ ਵੀ ਸਾਡੀ ਜਿਹੜੀ ਤ੍ਰਿਸ਼ਨਾ ਦੀ ਭੁੱਖ ਆ ਉਹ ਖਤਮ ਨਹੀਂ ਹੁੰਦੀ। ਸਾਡੇ ਕੋਲ ਜਿੰਨੀਆਂ ਵੀ ਸਿਆਣਪਾਂ ਹੋਣ ਉਹਨਾਂ 'ਚੋਂ ਕੋਈ ਵੀ ਸਿਆਣਪ ਸਾਡੇ ਕੰਮ ਨਹੀਂ ਕਰਦੀ ਕਿ ਸਾਡਾ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਵੇ ਅਤੇ ਅਸੀਂ ਸੱਚਿਆਰ ਹੋ ਜਾਈਏ। ਫਿਰ ਕਹਿੰਦੇ ਵੀ ਕਿਵੇਂ ਹੋ ਸਕਦੇ ਹਾਂ, ਫਿਰ ਆਪ ਹੀ ਅਗਲੀ ਤੁਕ ਵਿੱਚ ਦੱਸਦੇ ਨੇ, ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਵੀ ਜੇ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਹਾਂ, ਇਹ ਹੁਕਮ ਪਰਮਾਤਮਾ ਨੇ ਸਾਡੇ ਨਾਲ ਹੀ ਲਿਖਿਆ ਹੋਇਆ, ਜੇ ਅਸੀਂ ਉਹਦੇ ਹੁਕਮ ਦੇ ਵਿੱਚ ਰਜ਼ਾ ਦੇ ਵਿੱਚ ਚੱਲਦੇ ਹਾਂ ਫਿਰ ਅਸੀਂ ਸੱਚਿਆਰੇ ਹੋ ਸਕਦੇ ਹਾਂ। ਜਿਹੜਾ ਇਹ ਹੁਕਮ ਆ ਪਰਮਾਤਮਾ ਦਾ, ਉਹ ਜਦੋਂ ਜੀਵ ਦਾ ਉਹਨੇ ਕਰਮ ਲਿਖਿਆ ਹੁਕਮ ਵੀ ਨਾਲ ਲਿਖ ਦਿੱਤਾ। ਇਹ ਹੁਕਮ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਪਰਮਾਤਮਾ ਨੇ ਸਾਡੇ 'ਤੇ ਕੋਈ ਗੁੱਸੇ ਵਿੱਚ ਕੋਈ ਇਹ ਹੁਕਮ ਲਿਖਿਆ। ਪਰਮਾਤਮਾ ਨੇ ਇਹ ਬੜੀ ਪ੍ਰਸੰਨਤਾ ਵਿੱਚ ਸਾਡੇ ਲਈ ਹੁਕਮ ਲਿਖਿਆ, ਅਤੇ ਇਹ ਜੇ ਮੰਨਣ ਵਾਲਾ ਵੀ ਪ੍ਰਸੰਨਤਾ ਦੇ ਵਿੱਚ ਇਸ ਹੁਕਮ ਨੂੰ ਮੰਨਦਾ ਤਾਂ ਉਸ ਦੀ ਪ੍ਰਸੰਨਤਾ ਪਰਮਾਤਮਾ ਦੀ ਪ੍ਰਸੰਨਤਾ ਦੇ ਵਿੱਚ ਸ਼ਾਮਲ ਹੋ ਜਾਂਦੀ ਆ, ਤਾਂ ਉਸ ਨੂੰ ਜਿਹੜਾ ਉਹ ਭਾਣਾ ਮੰਨਣਾ, ਉਹ ਰਜ਼ਾ ਮਿੱਠੀ ਲੱਗਦੀ ਆ। ਇੱਥੇ ਭਾਈ ਵੀਰ ਸਿੰਘ ਜੀ ਹੋਣਾ ਨੇ ਮੀਆਂ ਮੀਰ ਜੀ ਦੀ ਅਤੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹੀਦੀ ਵਾਲੇ ਟਾਈਮ ਦਾ ਉਹਨਾਂ ਨੇ ਕਿਹਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਮੀਆਂ ਮੀਰ ਨੂੰ ਕਿਹਾ ਸੀ ਕਿ ਅਸੀਂ ਉਹਦੇ ਹੁਕਮ ਦੇ ਵਿੱਚ, ਉਹਦੇ ਰਜ਼ਾ ਦੇ ਵਿੱਚ ਪ੍ਰਸੰਨ ਹਾਂ। ਜੋ ਵੀ ਭਾਣਾ ਹੁਣ ਇਸ ਟਾਈਮ ਵਰਤ ਰਿਹਾ, ਉਹਨਾਂ ਦੀ ਸ਼ਹਾਦਤ ਆਪਾਂ ਸਭ ਨੂੰ ਪਤਾ ਕਿ ਸਾਡੇ ਲੂੰ ਕੰਡੇ ਖੜ੍ਹੇ ਕਰਨ ਵਾਲੀ ਆ। ਸੁਣ ਕੇ ਉਸ ਟਾਈਮ ਜੋ ਸੰਗਤ ਨੇ ਅੱਖੀਂ ਦੇਖਿਆ ਹੋਣਾ, ਉਸ ਸੰਗਤ ਦਾ ਕੀ ਹਾਲ ਹੈ, ਅਤੇ ਗੁਰੂ ਸਾਹਿਬਾਨ ਨੇ ਤੇ ਉਹਦੀ ਬਾਬੇ ਦੀ ਅਕਾਲ ਪੁਰਖ ਦੀ ਰਜ਼ਾ ਨੂੰ ਮਿੱਠਾ ਮੰਨਿਆ। ਫਿਰ ਕਹਿੰਦੇ ਨੇ ਮੀਆਂ ਮੀਰ ਨੂੰ ਕਿ ਉਹਦੀ ਰਜ਼ਾ ਦੀ ਪ੍ਰਸੰਨਤਾ ਵਿੱਚ ਸਾਡੀ ਵੀ ਰਜ਼ਾ ਦੀ ਪ੍ਰਸੰਨਤਾ ਹੈ, ਉਸ ਪ੍ਰਸੰਨਤਾ ਦੇ ਵਿੱਚ ਸਾਡੀ ਪ੍ਰਸੰਨਤਾ ਵੀ ਸ਼ਾਮਲਤਾ ਹੈ। ਅਸੀਂ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਹਾਂ, ਸਾਨੂੰ ਉਹਦਾ ਹੁਕਮ ਮਿੱਠਾ ਲੱਗ ਰਿਹਾ, ਤੇਰਾ ਭਾਣਾ ਮਿੱਠਾ ਲੱਗੈ, ਇਸ ਤਰ੍ਹਾਂ ਦਾ ਹੁਕਮ ਆ। ਜੋ ਕੋਈ ਜੀਵ ਇਸਤਰੀ ਇਸ ਤਰ੍ਹਾਂ ਦਾ ਹੁਕਮ ਕਮਾ ਲੈਂਦੀ ਆ ਫਿਰ ਉਹ ਸੱਚੇ ਦੇ ਵਿੱਚ ਸਮਾ ਜਾਂਦੀ ਆ। ਹੁਕਮੀ ਹੋਵਨ ਜੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਕਹਿੰਦੇ ਜਿਹੜਾ ਉਹ ਪਰਮਾਤਮਾ ਦਾ ਹੁਕਮ ਆ ਉਹਦੇ ਨਾਲ ਹੀ ਆਕਾਰ ਬਣੇ ਨੇ, ਰਚਨਾ ਹੋਈ ਆ, ਪਰ ਉਹ ਹੁਕਮ ਕਿਸ ਤਰ੍ਹਾਂ ਦਾ ਉਹਨੂੰ ਅਸੀਂ ਦੱਸ ਨਹੀਂ ਸਕਦੇ। ਜਿਵੇਂ ਅਸੀਂ ਉਸ ਅਕੱਥ ਨੂੰ ਕਥ ਨਹੀਂ ਸਕਦੇ, ਇਸ ਤਰ੍ਹਾਂ ਹੀ ਉਸ ਦੇ ਹੁਕਮ ਨੂੰ ਅਸੀਂ ਦੱਸ ਨਹੀਂ ਸਕਦੇ, ਅਸੀਂ ਬੁੱਝ ਨਹੀਂ ਸਕਦੇ। ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਉਸ ਦੇ ਹੁਕਮ ਦੇ ਨਾਲ ਹੀ ਜੀ ਮਿਲੇ ਨੇ। ਜਿਹੜੇ ਜੀ ਸਾਡੀ ਜੀਵਾਂ ਦੀ ਜਿਹੜੀ ਰਚਨਾ ਹੋਈ ਆ ਉਹਦੇ ਹੁਕਮ ਨਾਲ ਹੀ ਹੋਈ ਆ। ਹੁਕਮ ਮਿਲੇ ਵਡਿਆਈ, ਉਹਦੇ ਹੁਕਮ ਦੇ ਨਾਲ ਹੀ ਸਾਨੂੰ ਵਡਿਆਈ ਮਿਲਦੀ ਆ। ਹੁਕਮੀ ਉੱਤਮ ਨੀਚ, ਹੁਕਮੀ ਲਿਖ ਦੁੱਖ ਸੁੱਖ ਪਾਈਐ। ਉਹਦੇ ਹੁਕਮ ਦੇ ਵਿੱਚ ਹੀ ਕੋਈ ਜੀਵ ਉੱਤਮ ਆ, ਕੋਈ ਨੀਚ ਆ, ਕੋਈ ਚੰਗਾ, ਕੋਈ ਮਾੜਾ। ਉਹਦੇ ਹੁਕਮ ਦੇ ਵਿੱਚ ਹੀ ਸਾਨੂੰ ਦੁੱਖ ਸੁੱਖ ਮਿਲੇ ਨੇ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਕਈ ਜੀਵਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਦਿੱਤੀ ਆ ਅਤੇ ਉਹ ਆਪਣਾ ਜੀਵਨ ਮੁਕਤ ਹੋ ਗਏ ਨੇ, ਅਤੇ ਕਈ ਜੀਵਾਂ ਨੂੰ ਪਰਮਾਤਮਾ ਨੇ ਆਪਣੇ ਹੁਕਮ ਦੇ ਅੰਦਰ ਹੀ ਜਨਮ ਮਰਨ ਦੇ ਗੇੜ ਵਿੱਚ ਪਾਇਆ।
ਇੱਥੇ ਪਰਮਾਤਮਾ ਦਾ ਹੁਕਮ ਵੀ ਆ ਅਤੇ ਨਾਲ ਸਾਡੇ ਕਰਮ ਵੀ ਨੇ। ਪਰਮਾਤਮਾ ਦੀ ਕਲਮ ਚੱਲਦੀ ਆ ਪਰ ਸਾਡੇ ਕਰਮਾਂ 'ਤੇ ਨਿਰਧਾਰਿਤ ਹੋ ਕੇ। ਪਰਮਾਤਮਾ ਸਾਡੇ ਲੇਖ ਲਿਖਦੇ ਨੇ ਆਪਣੇ ਹੁਕਮ ਦੇ ਵਿੱਚ, ਪਰ ਸਾਡੇ ਜੀਵਾਂ ਦੇ ਕਰਮਾਂ ਦੇ ਆਧਾਰ 'ਤੇ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੂਝੇ ਤਾਂ ਹਉਮੈ ਕਹੇ ਨਾ ਕੋਏ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਿ ਅਸੀਂ ਸਾਰੇ ਉਸ ਪਰਮਾਤਮਾ ਦੇ ਹੁਕਮ ਅੰਦਰ ਹੀ ਚੱਲ ਰਹੇ ਹਾਂ। ਹੁਕਮ ਤੋਂ ਬਾਹਰ ਕੋਈ ਵੀ ਨਹੀਂ ਗਾ, ਕੋਈ ਚੱਲ ਹੀ ਨਹੀਂ ਸਕਦਾ, ਕੋਈ ਹੋ ਹੀ ਨਹੀਂ ਸਕਦਾ। ਸਭ ਕੁਛ ਜੋ ਹੋ ਰਿਹਾ ਖੰਡਾਂ ਬ੍ਰਹਿਮੰਡਾਂ ਵਿੱਚ, ਜਗਤ ਵਿੱਚ, ਉਹ ਸਭ ਪਰਮਾਤਮਾ ਦੇ ਹੁਕਮ ਵਿੱਚ ਹੀ ਹੋ ਰਿਹਾ। ਉਸ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈਗਾ। ਜਿਸ ਤਰ੍ਹਾਂ ਆਪਾਂ ਵੀ ਆਮ ਬੋਲ ਚਾਲ 'ਚ ਕਹਿੰਦੇ ਨੇ ਕਿ ਵੀ ਉਹਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਝੁਲਦਾ। ਸਭ ਕੁਛ ਉਹਦੇ ਹੁਕਮ 'ਚ ਹੋ ਰਿਹਾ। ਨਾਨਕ ਹੁਕਮੈ ਜੇ ਬੂਝੇ ਤਾਂ ਹਉਮੈ ਕਹੇ ਨਾ ਕੋਏ। ਕਹਿੰਦੇ ਜਿਸ ਕਿਸੇ ਨੂੰ ਵੀ ਉਹਦੇ ਹੁਕਮ ਦੀ ਮੰਨਣ ਦੀ ਸਮਝ ਆ ਜਾਂਦੀ ਆ ਤਾਂ ਫਿਰ ਉਹਨੂੰ ਹਉਮੈ ਨਹੀਂ ਰਹਿੰਦਾ। ਉਹਦੀ ਹਉਮੈ ਦੀ ਜਿਹੜੀ ਕੂੜ ਦੀ ਹੈਗੀ ਆ ਕੰਧ, ਉਹ ਖਤਮ ਹੋ ਜਾਂਦੀ ਆ। ਫਿਰ ਉਹਦੀ ਪਰਮਾਤਮਾ 'ਚ ਸਮਾਈ ਹੋ ਜਾਂਦੀ ਆ। ਉਹਨੂੰ ਪਰਮਾਤਮਾ ਦਾ ਹੁਕਮ ਬੁੱਝਣ ਦੀ ਸਮਰੱਥਾ ਮਿਲ ਜਾਂਦੀ ਹੈ ਪਰਮਾਤਮਾ ਵੱਲੋਂ। ਪਰਮਾਤਮਾ ਹੀ ਸਾਡੇ ਜੀਵਾਂ ਦੇ ਲੇਖ ਲਿਖਦੇ ਨੇ। ਲੇਖ ਲਿਖਦੇ ਨੇ ਸਾਡੇ ਕਰਮਾਂ ਦੇ ਆਧਾਰ 'ਤੇ। ਅਤੇ ਜਦੋਂ ਕੋਈ ਇਨਸਾਨ ਨੂੰ ਪਰਮਾਤਮਾ ਆਪਣੇ ਹੁਕਮ ਨੂੰ ਬੁੱਝਣ ਦਾ ਬਲ ਦੇ ਦਿੰਦੇ ਨੇ ਤਾਂ ਉਹਨਾਂ ਦੀ ਹਉਮੈ ਦੀ ਜਿਹੜੀ ਪਤਲੀ ਜਿਹੀ ਬਰੀਕ ਜਿਹੀ ਕੰਧ ਹੈਗੀ ਪਰਮਾਤਮਾ ਅਤੇ ਸਾਡੇ ਵਿਚਕਾਰ, ਉਹ ਉਹਨਾਂ ਦੀ ਟੁੱਟ ਜਾਂਦੀ ਆ। ਫਿਰ ਉਹਨਾਂ ਦੀ ਪਰਮਾਤਮਾ ਦੇ ਵਿੱਚ ਸਮਾਈ ਹੋ ਜਾਂਦੀ ਆ। ਵਾਹਿਗੁਰੂ ਜੀ, ਇਸ ਤਰ੍ਹਾਂ ਆਪਾਂ ਜਿਸ ਤਰ੍ਹਾਂ ਪਰਮਾਤਮਾ ਅੱਗੇ ਤੋਂ ਅੱਗੇ ਪ੍ਰੇਰਨਾ ਦੇਣਗੇ, ਬਲ ਦੇਣਗੇ, ਉਸ ਤਰ੍ਹਾਂ ਆਪਾਂ ਹਰ ਰੋਜ਼ ਜਾਂ ਜਿਸ ਦਿਨ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਇੱਕ ਇੱਕ ਅੰਗ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਵਿਆਖਿਆ ਕਰਦੀ ਜਾਵਾਂਗੇ। ਸੱਚੇ ਪਾਤਸ਼ਾਹ ਭੁੱਲਾਂ ਚੁੱਕਾਂ ਨੂੰ ਬਖਸ਼ਣਹਾਰ ਨੇ। ਸੱਚੇ ਪਿਤਾ ਬਖਸ਼ਿਓ, ਸੰਗਤ ਜੀ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।